ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਅੱਜ ਦਾ ਸ਼ੋਅ ਬਹੁਤ ਇੰਪੋਰਟੈਂਟ ਹੈ ਉਹ ਸਾਰੇ ਸਟੂਡੈਂਟਸ ਵਾਸਤੇ ਜਿਹੜੇ USA ਸਟੱਡੀ ਵੀਜ਼ਾ ਪਲਾਨ ਕਰ ਰਹੇ ਆ। ਸੋ ਅੱਜ ਦੇ ਸ਼ੋਅ ਦੇ ਵਿੱਚ ਸਭ ਤੋਂ ਪਹਿਲਾਂ ਡਿਸਕਸ ਕਰਾਂਗੇ ਲੇਟੈਸਟ ਕਿਹੜਾ ਇਨਟੇਕ ਹੈ USA ਦਾ। ਉਸ ਤੋਂ ਇਲਾਵਾ ਬਾਕੀ ਜਿਹੜੇ ਨੀਅਰੈਸਟ ਆਉਣ ਵਾਲੇ ਇਨਟੇਕ ਹੈ ਉਹਨਾਂ ਨੂੰ ਵੀ ਡਿਸਕਸ ਕਰਾਂਗੇ। ਕਿਹੜੀਆਂ ਚੀਜ਼ਾਂ ਦਾ USA ਸਟੱਡੀ ਵੀਜ਼ਾ ਬਾਰੇ ਧਿਆਨ ਰੱਖਣ ਦੀ ਲੋੜ ਹੈ, ਐਡਮਿਸ਼ਨ ਪ੍ਰੋਸੈਸ, ਬਾਕੀ ਪ੍ਰੋਸੈਸਿੰਗ ਦੇ ਧਿਆਨ ਦੇ ਰੱਖਦੇ ਹੋਏ ਉਹ ਸਾਰੀਆਂ ਗੱਲਾਂ ਜਾਣਨ ਦੀ ਅੱਜ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਮੌਜੂਦ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ। ਸਵਾਗਤ ਹੈ ਜੀ। ਥੈਂਕ ਯੂ ਜੀ। ਜਗਪ੍ਰੀਤ ਜੀ, ਗੱਲ ਕਰੀਏ USA ਦੀ ਸਭ ਤੋਂ ਨੀਅਰੈਸਟ ਇਨਟੇਕ ਹਾਲ ਦੀ ਘੜੀ ਕਿਹੜਾ? ਦੇਖੋ ਜੀ, ਜੋ ਨੀਅਰੈਸਟ ਇਨਟੇਕ ਚੱਲ ਰਿਹਾ ਉਹ ਸੈਪਟੈਂਬਰ ਚੱਲ ਰਿਹਾ। ਸੋ ਆਲਮੋਸਟ ਉਹਦੇ ਵਿੱਚ ਸਟੂਡੈਂਟ ਨੂੰ ਪੁੱਟ ਅਪ ਕਰਨਾ ਜਿਹੜਾ ਪ੍ਰੈਜ਼ੈਂਟਲੀ ਜਿਹਨੇ ਐਪਲੀਕੇਸ਼ਨ ਸਟਾਰਟ ਨਹੀਂ ਕੀਤੀ ਉਹਦੇ ਲਈ ਤਾਂ ਪੋਸੀਬਿਲਿਟੀ ਨਹੀਂ ਹੈ। ਇਸ ਤੋਂ ਬਾਅਦ ਦਾ ਜਿਹੜਾ ਇਨਟੇਕ ਹੈ ਉਹ ਜਨਵਰੀ ਫੈਬਰੂਰੀ ਵਾਲਾ ਹੁੰਦਾ। ਸੋ ਉਹਦੇ ਲਈ ਸਟੂਡੈਂਟਸ ਜਿਹੜੀਆਂ ਜਿਹੜਾ ਮੈਂ ਨੀਅਰੈਸਟ ਅਵੇਲੇਬਲ ਇਨਟੇਕ ਦੀ ਗੱਲ ਕਰਾਂ ਤਾਂ ਦੈਟ ਇਜ਼ ਜਨਵਰੀ ਜੀ। ਇਹਨਾਂ ਇਨਟੇਕਸ 'ਚ ਅਪਲਾਈ ਕਰਨ ਦੀ ਗੱਲ ਕਰ ਲੈਂਦੇ ਆ। ਸੈਪਟੈਂਬਰ 'ਚ ਅਪਲਾਈ ਕਿਹਨਾਂ ਨੂੰ ਤੁਸੀਂ ਸੁਜੈਸਟ ਕਰੋਗੇ? ਕੀ ਪੋਸੀਬਲ ਰਿਹਾ ਜਾਂ ਟਾਈਮ ਲੰਘ ਗਿਆ? ਤੇ ਜਿਹੜੇ ਨੈਕਸਟ ਜਨਵਰੀ ਫੈਬ ਦੇ ਇਨਟੇਕ ਨੇ ਉਹਨਾਂ ਵਾਸਤੇ ਕਦੋਂ ਤੱਕ ਅਪਲਾਈ ਕੀਤਾ ਜਾ ਸਕਦਾ? ਦੇਖੋ ਜੀ ਦੀਪਕ ਜੀ, ਅਸੀਂ ਨਾਰਮਲੀ ਬਹੁਤ ਸਾਰੇ ਵੀਡੀਓਜ਼ ਦੇ ਵਿੱਚ ਇੱਕ ਗੱਲਬਾਤ ਇੱਕ ਪੁਆਇੰਟ ਦੇ ਉੱਤੇ ਬਹੁਤ ਸਟ੍ਰੈਸ ਦਿੰਦੇ ਆ ਕਿ ਵੈਲ ਇਨ ਐਡਵਾਂਸ ਐਪਲੀਕੇਸ਼ਨ ਨੂੰ ਸਟਾਰਟ ਕਰਨਾ ਚਾਹੀਦਾ। ਮੋਸਟਲੀ ਆਪਾਂ ਕੈਨੇਡਾ ਦੇ ਵਿੱਚ ਇਸ ਚੀਜ਼ ਦੇ ਉੱਤੇ ਬਹੁਤ ਸਟ੍ਰੈਸ ਦਿੱਤਾ। ਰੀਜ਼ਨ ਕਿ ਉੱਥੇ ਪ੍ਰੋਸੈਸਿੰਗ ਡਿਲੇਜ਼ ਰਹੇ, ਐਪਲੀਕੇਸ਼ਨਸ ਬਲੌਕ ਰਹੀਆਂ, ਕੁਝ ਕਾਲਜਸ ਸਸਪੈਂਡਡ ਰਹੇ। ਸੋ ਬਹੁਤ XYZ ਰੀਜ਼ਨਸ ਬਣੇ ਜਿਹਦੇ ਕਰਕੇ ਆਪਾਂ ਰਿਕਮੈਂਡੇਸ਼ਨ ਦਿੰਦੇ ਆ। ਇਸ ਤੋਂ ਬਾਅਦ ਹੁਣ ਮੈਂ ਅਗਰ US ਦੇ ਲਈ ਸਪੈਸੀਫਿਕਲੀ ਗੱਲ ਕਰਾਂ ਤਾਂ ਮੈਂ ਇਹਦੇ ਵਿੱਚ ਇੱਕ ਹਾਈ ਰਿਕਮੈਂਡੇਸ਼ਨ ਦਿੰਦਾ ਕਿ ਜਿਹੜਾ ਵੀ ਸਟੂਡੈਂਟ US ਅਪਲਾਈ ਕਰਨਾ ਚਾਹੁੰਦਾ ਹੈ ਉਹ ਵੈਲ ਇਨ ਐਡਵਾਂਸ ਐਪਲੀਕੇਸ਼ਨ ਨੂੰ ਸਟਾਰਟ ਕਰੇ। ਰੀਜ਼ਨ ਵੀ ਕਿ ਇਹਦੇ ਵਿੱਚ I-20 ਪਹਿਲਾਂ ਜਿਹੜੀ ਲੈਂਦੇ ਆ ਉਹਦੇ 'ਚ ਵੀ 30 ਤੋਂ 40 ਦਿਨ ਦਾ ਟਾਈਮ ਲੱਗਦਾ। ਨੋ ਡਾਊਟ ਜਿਹੜੀ ਆਨਲਾਈਨ ਅੱਜ ਕੱਲ੍ਹ ਮਿਲ ਰਹੀ ਹੈ 10 ਤੋਂ 15 ਦਿਨ 'ਚ ਮਿਲ ਜਾਂਦੀ ਹੈ, ਬਟ ਫਿਰ ਵੀ ਕਈ ਜਗ੍ਹਾ 'ਤੇ ਅਗਰ ਮੈਂ ਕੁਝ ਪ੍ਰੀਮੀਅਮ ਯੂਨੀਵਰਸਿਟੀਜ਼ ਕਾਲਜਿਸ ਦੀ ਗੱਲ ਕਰਾਂ ਤਾਂ 25 ਤੋਂ 30 ਦਿਨ ਦਾ ਟਾਈਮ ਨਾਰਮਲੀ ਲੱਗ ਜਾਂਦਾ ਹੈ। ਉਸ ਤੋਂ ਬਾਅਦ ਤੁਸੀਂ ਆਪਣਾ ਸਰਵਿਸ ਕਰਨਾ ਹੈ, ਫਿਰ ਐਮਬੈਸੀ ਫੀਸ ਭਰਨੀ ਹੈ। ਹੁਣ ਇਹ ਵੈਲ ਇਨ ਐਡਵਾਂਸ ਸਟਾਰਟ ਕਰਨ ਦੀ ਜ਼ਰੂਰਤ ਕਿਉਂ ਹੈ? ਕਿਉਂਕਿ USA ਦਾ ਜਿਹੜਾ ਵੀਜ਼ਾ ਹੈ ਇਹ ਜੀ ਇੰਟਰਵਿਊ ਬੇਸਡ ਵੀਜ਼ਾ ਹੈ ਔਰ ਹਰ ਇੱਕ ਸਟੂਡੈਂਟ ਦੇ ਲਈ ਮੈਂਡੇਟ ਹੈ ਕਿ ਉਹਨੇ ਇੰਗਲਿਸ਼ ਦੇ ਵਿੱਚ ਇੰਟਰਵਿਊ ਦੇਣੀ ਹੈ ਇਨ ਦੀ ਐਮਬੈਸੀ। ਠੀਕ ਹੈ, ਇਹਦੇ 'ਚ ਕੋਈ ਕਾਲਜ ਯੂਨੀਵਰਸਿਟੀ ਇੰਟਰਵਿਊ ਨਹੀਂ ਕੰਡਕਟ ਕਰ ਰਿਹਾ, ਡਾਇਰੈਕਟਲੀ ਫਿਜ਼ੀਕਲ ਇੰਟਰਵਿਊ ਹੈ ਐਮਬੈਸੀ ਦੇ ਵਿੱਚ। ਠੀਕ ਹੈ, ਹੁਣ ਜਦੋਂ ਸਟੂਡੈਂਟ ਐਮਬੈਸੀ ਜਾਂਦੇ ਨੇ ਤਾਂ ਮੈਂ ਜੋ ਦੇਖਦਾ, ਜੋ ਨਾਰਥ ਇੰਡੀਅਨ ਸਟੇਟਸ ਵਿੱਚੋਂ ਮੈਂ ਦੇਖਦਾ, ਇਹਦੇ ਵਿੱਚ ਮੋਸਟਲੀ ਮੈਨੂੰ ਕਈ ਵਾਰੀ ਮੇਜਰ ਰੇਸ਼ੋ ਇਹ ਨਿਕਲ ਕੇ ਆਉਂਦੀ ਹੈ ਕਿ ਸਟੂਡੈਂਟ ਫਸਟ ਅਟੈਂਪਟ ਦੇ ਵਿੱਚ ਆਪਣੀ ਇੰਟਰਵਿਊ ਨਹੀਂ ਕਲੀਅਰ ਕਰ ਪਾਏ। ਫਸਟ ਅਟੈਂਪਟ ਤੋਂ ਮੈਂ ਸਮਝਣਾ ਚਾਹੂੰਗਾ ਕਿ ਹੋਰ ਵੀ ਅਟੈਂਪਟ ਮਿਲਦੇ ਨੇ ਜੀ। ਇਹਦੇ 'ਚ ਸਾਰਾ ਪ੍ਰੋਸੈਸ ਦੁਬਾਰਾ ਹੁੰਦਾ ਜਾਂ ਸਿਰਫ ਇੰਟਰਵਿਊ? ਨਹੀਂ ਜੀ, ਨਹੀਂ। ਇਹਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਨੂੰ I-20 ਜਿਹੜੀ ਹੈ ਉਹ ਇੱਕ ਪਾਰਟਿਕੂਲਰ ਇਨਟੇਕ ਲਈ ਦੇ ਦਿੱਤੀ ਗਈ ਹੈ। ਸਰਵਿਸ ਤੁਹਾਡੀ ਈਅਰ ਦੇ ਲਈ ਵੈਲਿਡ ਹੈ। ਉਸ ਤੋਂ ਬਾਅਦ ਹੁਣ ਇਹਦੇ 'ਚ ਮਲਟੀਪਲ ਅਟੈਂਪਟਸ ਇਸ ਲਈ ਹੁੰਦੇ ਨੇ ਕਿ ਤੁਸੀਂ ਆਪਣੀ ਕਲਾਸ ਸਟਾਰਟ ਡੇਟ ਤੋਂ ਪਹਿਲਾਂ ਜਿੰਨੇ ਮਰਜ਼ੀ ਮਲਟੀਪਲ ਅਟੈਂਪਟਸ ਲੈ ਸਕਦੇ ਹੋ। ਹੁਣ ਇਹਨੂੰ ਵੈਲ ਇਨ ਐਡਵਾਂਸ ਕਰਨ ਦਾ ਲੌਜੀਕਲ ਜਿਹੜਾ ਸਿਗਨੀਫੀਕੈਂਟ ਲੌਜਿਕ ਹੈ ਉਹਦੇ ਵਿੱਚ ਉਹ ਇਹ ਹੈ ਵੀ ਅਗਰ ਸਮਹਾਓ ਤੁਹਾਡੀ ਇੰਟਰਵਿਊ ਤੁਸੀਂ ਫਸਟ ਅਟੈਂਪਟ 'ਚ ਨਹੀਂ ਕਲੀਅਰ ਕਰ ਪਾਏ ਤਾਂ ਉਸ ਤੋਂ ਬਾਅਦ ਵੀ ਤੁਹਾਡੇ ਕੋਲ ਇੰਨੀ ਸਪੇਸ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਤੁਸੀਂ ਇੱਕ ਸੈਕਿੰਡ ਅਟੈਂਪਟ ਲੈ ਕੇ ਆਪਣੀ ਕਲਾਸ ਸਟਾਰਟ ਡੇਟ ਤੋਂ ਪਹਿਲਾਂ ਦੁਬਾਰਾ ਐਮਬੈਸੀ 'ਚ ਅਪੀਅਰ ਹੋ ਕੇ ਵੀਜ਼ਾ ਲੈ ਸਕੋ। ਕਿਉਂਕਿ ਫਸਟ ਅਟੈਂਪਟ ਦੇ ਵਿੱਚ ਸਟੂਡੈਂਟ ਹੋ ਸਕਦਾ ਹੈਜ਼ੀਟੈਂਟ ਹੋਵੇ, ਨਰਵਸ ਹੋਵੇ, ਉਹਨੂੰ ਪ੍ਰੋਪਰ ਉਸ ਚੀਜ਼ ਦਾ ਐਕਸਪੋਜ਼ਰ ਨਹੀਂ ਹੈ। ਠੀਕ ਹੈ, ਸੋ ਫਸਟ ਅਟੈਂਪਟ ਤੋਂ ਬਾਅਦ ਉਹਨੂੰ ਪਤਾ ਲੱਗ ਜਾਂਦਾ ਵੀ ਕਿਸ ਤਰੀਕੇ ਨਾਲ ਐਮਬੈਸੀ 'ਚ ਜਾਣਾ ਹੈ, ਸਵਾਲ ਕਿੱਦਾਂ ਪੁੱਛਿਆ ਜਾਣਾ ਹੈ ਜਾਂ ਮੈਨੂੰ ਕਿੰਨਾ ਕੁ ਕੰਫੀਡੈਂਸ ਆਪਣੇ 'ਚ ਬਿਲਡ ਹੋਰ ਕਰਨ ਦੀ ਜ਼ਰੂਰਤ ਹੈ। ਸੋ ਮੋਸਟਲੀ ਸਟੂਡੈਂਟ ਫਿਰ ਸੈਕਿੰਡ ਅਟੈਂਪਟ ਦੇ ਵਿੱਚ ਕਲੀਅਰ ਕਰ ਜਾਂਦੇ ਆ ਜੀ। ਸੋ ਦਿਸ ਇਜ਼ ਵਾਈ ਆਈ ਸੇ ਕਿ ਵੈਲ ਇਨ ਐਡਵਾਂਸ ਸਟੂਡੈਂਟ ਨੂੰ US ਦੀ ਪ੍ਰੈਪਰੇਸ਼ਨ ਸਾਰੇ ਪ੍ਰੋਸੈਸ ਨੂੰ ਕਿਤੇ ਨਾ ਕਿਤੇ ਸਮਾਂ ਲੱਗ ਜਾਂਦਾ। ਬਿਲਕੁਲ ਲੱਗਦਾ ਜੀ, ਕਿਉਂਕਿ ਪਹਿਲਾਂ I-20 ਕਰਨੀ ਹੈ, ਫਿਰ I-20 ਤੋਂ ਬਾਅਦ ਤੁਸੀਂ ਸਰਵਿਸ ਕਰਨਾ ਹੈ, ਫਿਰ ਸਰਵਿਸ ID ਮਿਲਣੀ ਹੈ, ਸਰਵਿਸ ID ਤੋਂ ਬਾਅਦ ਫਿਰ ਤੁਸੀਂ ਐਮਬੈਸੀ ਦੀ ਆਪਣੀ ਅਪਾਇੰਟਮੈਂਟ ਲੈਣੀ ਹੈ। ਟਾਈਮ ਲੈਂਦੇ ਆ ਹਰ ਇੱਕ ਪ੍ਰੋਸੈਸ। ਸੋ ਜ਼ਰੂਰੀ ਨਹੀਂ ਹੈ ਕਿ ਆਪਾਂ ਹਰ ਚੀਜ਼ ਨੂੰ ਜਿੱਦਾਂ ਪੰਜਾਬੀ 'ਚ ਕਹਿੰਦੇ ਨੇ ਨੱਕੇ ਤੇ ਜਾ ਕੇ ਕਰੀਏ, ਬਿਲਕੁਲ ਐਜ ਤੇ ਕਰੀਏ। ਉਹ ਮੈਂ ਲਾਸਟ ਦੇ ਵਿੱਚ ਇੱਕ ਹੋਰ ਸਵਾਲ ਪੁੱਛਣਾ ਚਾਹੂੰਗਾ। USA ਹਰੇਕ ਕੰਸਲਟੈਂਟ ਨਹੀਂ ਕਰਦਾ ਕਿਉਂਕਿ ਕੈਨੇਡਾ ਤਾਂ ਤਕਰੀਬਨ ਸਾਰੇ ਕਰਦੇ ਨੇ ਜੀ। ਸੋ
ਜੇ ਕਿਸੇ ਸਟੂਡੈਂਟ ਨੇ ਅਪਲਾਈ ਕਰਨਾ ਹੈ ਕਿਵੇਂ ਉਹ ਪ੍ਰੋਸੈਸ ਸ਼ੁਰੂ ਕਰੇ ਤੇ ਜੇ ਬ੍ਰੌਡਵੇ ਤੋਂ ਕਰਦਾ ਹੈ ਤਾਂ ਕੀ ਐਡੀਸ਼ਨਲ ਬੈਨੀਫਿਟਸ ਉਹ ਐਕਸਪੈਕਟ ਕਰੇ? ਦੇਖੋ ਜੀ, ਬ੍ਰੌਡਵੇ ਦਾ ਸਭ ਤੋਂ ਜਿਹੜਾ ਐਕਸਕਲੂਸਿਵ ਬੈਨੀਫਿਟ ਹੈ ਜੀ ਉਹ ਤੁਹਾਡੀ ਇੰਟਰਵਿਊ ਦੀ ਪ੍ਰੈਪਰੇਸ਼ਨ ਹੈ। ਰੀਜ਼ਨ ਬੀਇੰਗ ਮੈਂ ਇਸ ਨੂੰ ਸਟਰੋਂਗ ਪੁਆਇੰਟ ਇਸ ਲਈ ਕਹਿ ਰਿਹਾ ਕਿਉਂਕਿ ਸਾਡੇ ਕੋਲ ਯੂਕੇ ਦੀਆਂ ਐਪਲੀਕੇਸ਼ਨਸ ਬਹੁਤ ਆਉਂਦੀਆਂ ਨੇ ਔਰ ਯੂਕੇ ਪੁਆਇੰਟ ਆਫ View ਨਾਲ ਅਸੀਂ ਸਟੂਡੈਂਟਸ ਨੂੰ ਬਹੁਤ ਇੰਟਰਵਿਊਜ਼ ਜਿਹੜੀ ਸਾਡੀ ਇੱਕ ਡੈਡੀਕੇਟਿਡ ਟੀਮ ਹੈ ਉਹ ਪ੍ਰਪੇਅਰ ਕਰਵਾਉਂਦੀ ਹੈ। ਸਿਮਿਲਰਲੀ ਯੂਐਸ ਦੇ ਲਈ ਵੀ ਇੱਕ ਬਹੁਤ ਪਲੱਸ ਪੁਆਇੰਟ ਹੈ ਔਰ ਸਾਡੇ ਯੂਕੇ ਦੇ ਵੀਜ਼ਾਸ ਬਹੁਤ ਹਾਈ ਰਹੇ ਨੇ। ਇਸ ਤੋਂ ਬਾਅਦ ਤੁਸੀਂ ਅਗਰ ਯੂਐਸ ਦੇ ਨਾਲ ਐਪਲੀਕੇਸ਼ਨ ਬ੍ਰੌਡਵੇ ਦੇ ਨਾਲ ਕਰਦੇ ਹੋ ਤਾਂ ਬਹੁਤ ਸਾਰੇ ਐਕਸਕਲੂਸਿਵ ਬੈਨੀਫਿਟਸ ਬ੍ਰੌਡਵੇ ਤੁਹਾਨੂੰ ਫਾਈਨੈਂਸ਼ੀਅਲੀ ਵੀ ਦਿੰਦਾ ਹੈ, ਠੀਕ ਹੈ। ਉਹਦੇ ਵਿੱਚ ਤੁਹਾਡੇ ਐਕਸਪੈਂਸਿਸ ਜਿਹੜੇ ਲੱਗ ਰਹੇ ਨੇ ਦੈਟ ਇਜ਼ ਬੀਅਰਡ ਬਾਈ ਬ੍ਰੌਡਵੇ ਔਰ ਤੁਸੀਂ ਬ੍ਰੌਡਵੇ ਨੂੰ ਉਹ ਵੀਜ਼ਾ ਲੱਗਣ ਤੋਂ ਬਾਅਦ ਪੇ ਕਰਦੇ ਹੋ। ਦਿਸ ਇਜ਼ ਆਲ ਦੀ ਬੈਨੀਫਿਟਸ ਯੂ ਕੈਨ ਅਵੇਲ, ਬਟ ਉਹਦੇ ਲਈ ਸਟੂਡੈਂਟ ਨੂੰ ਸਾਨੂੰ ਆ ਕੇ ਮਿਲਣਾ ਪਏਗਾ। We will check it out, what is the student, how is he or she is credible for the interview, so ਉਹ ਪੁਆਇੰਟ ਨੂੰ ਕਰਨ ਤੋਂ ਬਾਅਦ। ਸੋ ਦੋਸਤੋ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਹੈ। ਉਮੀਦ ਹੈ ਕਿ ਤੁਹਾਨੂੰ ਇੰਟਰਸਟਿੰਗ ਲੱਗੀ ਹੋਏਗੀ ਇਹ ਸਾਰੀ ਇਨਫੋਰਮੇਸ਼ਨ। ਯੂਐਸਏ ਦੇ ਰਿਗਾਰਡਿੰਗ ਕਿਸੇ ਵੀ ਤਰੀਕੇ ਦੀ ਇਨਕੁਆਇਰੀ ਹੈ ਤੁਸੀਂ ਕਾਲ ਵੀ ਕਰ ਸਕਦੇ ਹੋ। ਇਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਧੰਨਵਾਦ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।